ਬਲਾਕ ਹੋਵੇ ਭੋਗਪੁਰ ਔਰ ਉਹ ਆਪਣੇ ਉਸ ਖੇਤਰ ਵਿੱਚ ਹੀ ਨਾ ਹੋਵੇ। ਇਸ ਤਰ੍ਹਾਂ ਦਾ ਕਦੀ ਹੁੰਦਾ? ਮੈਂ ਅਧਿਕਾਰੀਆਂ ਨੂੰ ਪੁੱਛਣਾ ਚਾਹੁੰਦਾ ਵੀ ਆਹ ਨਕਸ਼ਾ ਮੈਂ ਲਗਾਇਆ ਜਾਂ ਤੁਸੀਂ ਇਹਨੂੰ ਝੂਠਾ ਪਾ ਦਿਓ। ਬਲਾਕ ਤੁਹਾਡਾ ਭੋਗਪੁਰ ਹੈ ਲੇਕਿਨ ਤੁਹਾਡੇ ਇਸ ਏਰੀਆ ਦੇ ਅੰਦਰ ਭੋਗਪੁਰ ਕਿਤੇ ਹੈ ਹੀ ਨਹੀਂ। ਇਹਦੇ ਵਿੱਚ ਦੇਖੋ ਆਹ ਭੋਗਪੁਰ ਦਾ ਏਰੀਆ ਜੀ, ਆਹ ਜਿਹੜਾ ਤੁਹਾਨੂੰ ਸਫੇਦ ਏਰੀਆ ਨਜ਼ਰ ਆ ਰਿਹਾ ਇਹ ਹੈਗਾ ਕਰਤਾਰਪੁਰ ਦਾ ਏਰੀਆ, ਠੀਕ ਹੈ, ਜਦ ਕਿ ਇਹ ਭੋਗਪੁਰ ਹੈਗਾ ਇਹ ਆਦਮਪੁਰ ਦੇ ਏਰੀਆ ਦੇ ਵਿੱਚੋਂ। ਆਦਮਪੁਰ ਦੀ ਇਹਦੇ ਨਾਲ ਲੱਗਦੇ ਇਹ ਜਿਹੜੇ ਪਿੰਡ ਹੈਗੇ ਆ ਦੇਖੋ ਭੋਗਪੁਰ ਦੇ ਬਿਲਕੁਲ ਨਾਲ ਲੱਗਦੇ ਆ, ਤੇ ਕਿਲੋਮੀਟਰ ਦੇ ਜਿੰਨੇ ਵੀ ਪਿੰਡ ਹੈਗੇ ਆ ਇਹ ਸਾਰੇ ਚੱਕ ਕੇ ਆਦਮਪੁਰ ਬਲਾਕ ਦੇ ਨਾਲ ਜੋੜ ਦਿੱਤੇ ਗਏ। 33 ਕਿਲੋਮੀਟਰ ਦੂਰ ਜਾਊਗਾ ਇਹ ਵਾਲਾ ਪਿੰਡ ਉੱਠ ਕੇ, 33 ਕਿਲੋਮੀਟਰ ਉਹ ਇਹ ਭੋਗਪੁਰ ਬਲਾਕ ਨੂੰ ਕ੍ਰਾਸ ਕਰਕੇ ਜਾਊ। ਸਾਡੇ 83 ਪਿੰਡਾਂ ਦੇ ਕੋਲੇ ਟੋਟਲ 4 ਸੈਕਟਰੀ ਸੀ, 4 ਦੇ ਵਿੱਚੋਂ 2 ਕੰਮ ਕਰਦੇ ਸੀ। ਇੱਕ ਬਲਾਕ ਦੇ ਉੱਤੇ 2.5 ਬਲਾਕਾਂ ਦਾ ਭਾਰ ਪਾ ਦਿੱਤਾ, ਸਿਰਫ 4 ਸੈਕਟਰੀ ਆਦਮਪੁਰ ਬਲਾਕ ਦੇ ਵਿੱਚ, ਔਰ ਪਾਰਕਿੰਗ ਵਾਸਤੇ ਬਿਲਕੁਲ ਜਗ੍ਹਾ ਹੈ ਨਹੀਂ, ਹਾਈਵੇ ਬੰਦ ਹੋਵੇਗਾ ਉੱਥੇ। ਵੀ ਪੰਚਾਇਤੀ ਐਕਟ 1994 ਦੇ ਵਿੱਚ ਇਹ ਅਧਿਕਾਰ ਹੈ ਕਿ ਤੁਸੀਂ ਪਿੰਡ ਬਦਲੀ ਕਰ ਸਕਦੇ ਹੋ, ਲੇਕਿਨ ਉਹਦੀ ਸਹੂਲਤ ਵਾਸਤੇ। ਲੇਕਿਨ ਇਹ ਸਰਕਾਰ ਨੇ ਜੋ ਪਿੰਡਾਂ ਦਾ ਫੇਰ ਬਦਲ ਕੀਤਾ ਇਹ ਸਹੂਲਤ ਵਾਸਤੇ ਨਹੀਂ ਕੀਤਾ, ਸਾਨੂੰ ਤੰਗ ਕਰਨ ਵਾਸਤੇ ਕੀਤਾ। ਜਦ ਕਿ ਜਿਹੜਾ ਸਾਡਾ ਕੰਮ 1 ਕਿਲੋਮੀਟਰ ਤੋਂ ਪਹਿਲਾਂ ਹੋ ਜਾਂਦਾ ਸੀ ਉਹ ਕੰਮ ਨੂੰ ਕਰਵਾਉਣ ਵਾਸਤੇ ਸਾਨੂੰ ਹੁਣ 33 ਕਿਲੋਮੀਟਰ ਦੂਰ ਜਾਣਾ ਪਵੇਗਾ। ਜਿਹੜੀਆਂ ਪੰਚਾਇਤ ਸੰਮਤੀ ਤੋਂ ਆਉਣ ਵਾਲਾ ਪੈਸਾ ਔਰ ਜਿਹੜੀ ਸੰਮਤੀ ਦਾ ਵੀ ਸਰਕਾਰ ਨੂੰ ਡਰ ਸੀ ਵੀ ਲੋਕਾਂ ਨੇ ਸਾਨੂੰ ਫਤਵਾ ਨਹੀਂ ਦੇਣਾ ਲੈਂਡ ਬੋਂਡਿੰਗ ਦੇ ਚੱਲਦੇ, ਉਹਦੇ ਚੱਲਦੇ ਇਹਨਾਂ ਨੇ ਪੁੱਠੀ ਰਣਨੀਤੀ ਘੜੀ ਲੋਕਾਂ ਨੂੰ ਉਲਝਾ ਦਿਓ, ਉਹਨਾਂ ਨੂੰ ਆਪਣੇ ਪਿੰਡਾਂ ਦਾ ਹੀ ਨਾ ਪਤਾ ਲੱਗੇ। ਹੁਣ ਜਿਹੜੇ ਇੱਥੋਂ ਹਲਕਾ ਇੰਚਾਰਜ ਲਾਏ ਨੇ ਆਮ ਆਦਮੀ ਪਾਰਟੀ ਨੇ, ਟੀਨੂ ਸਾਹਿਬ, ਉਹ ਤਾਂ ਕਹਿ ਰਹੇ ਨੇ ਜਨਤਕ ਤੌਰ ਤੇ ਵੀਡੀਓ ਪਾ ਕੇ ਵੀ ਇਦਾਂ ਦਾ ਕੁਝ ਨਹੀਂ ਹੋਊਗਾ, ਮੇਰੀ ਗੱਲ ਹੋ ਗਈ ਆ ਜੀ। ਵੀ ਟੀਨੂ ਸਾਹਿਬ ਇਹ ਜਿਹੜਾ ਮਾਮਲਾ ਤੁਸੀਂ ਡੀਸੀ ਲੈਵਲ ਤੇ ਸਾਨੂੰ ਉਲਝਾਈ ਜਾਂਦੇ ਹੋ, ਮਾਮਲਾ ਤਾਂ ਤੁਹਾਡਾ ਸਟੇਟ ਲੈਵਲ ਤੋਂ ਵੀ ਉੱਪਰ ਨਿਕਲ ਚੁੱਕਾ ਹੈ। ਤੁਸੀਂ ਤਾਂ ਨੋਟੀਫਿਕੇਸ਼ਨ ਜਾਰੀ ਕਰਦੇ, ਤੁਸੀਂ ਤਾਂ ਇਤਰਾਜ਼ ਮੰਗਦੀ ਪਈ ਆ ਤੁਹਾਡੀ ਚੰਡੀਗੜ੍ਹ ਦੀ ਟੀਮ। 52 ਪਿੰਡਾਂ ਨੂੰ ਆਦਮਪੁਰ ਬਲਾਕ ਦੇ ਨਾਲ ਜੋੜਿਆ ਗਿਆ ਜੀ ਤੇ 31 ਪਿੰਡਾਂ ਨੂੰ ਕਰਤਾਰਪੁਰ ਬਲਾਕ ਦੇ ਨਾਲ ਜੋੜਿਆ ਗਿਆ ਜੀ। 31 ਪਿੰਡ ਜਿਹੜੇ ਉਹ ਪਹਿਲਾਂ ਵੀ ਹਲਕਾ ਕਰਤਾਰਪੁਰ ਦੇ ਨਾਲ ਜ਼ਰੂਰ ਸੀਗੇ, ਲੇਕਿਨ ਉਹਨਾਂ ਨੂੰ ਜਿਹੜਾ ਕਰਤਾਰਪੁਰ ਦਾ ਬਲਾਕ ਬਹੁਤ ਦੂਰ ਲੱਗਦਾ ਸੀ, ਇਸੇ ਕਰਕੇ ਭੋਗਪੁਰ ਦਾ ਬਲਾਕ ਬਣਾਇਆ ਗਿਆ। 1961 ਦਾ ਸਾਡਾ ਇਹ ਬਣਿਆ ਹੋਇਆ ਬਲਾਕ ਹੈ। ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦਾ, ਉਹਨਾਂ ਅਧਿਕਾਰੀਆਂ ਨੂੰ ਪੁੱਛਣਾ ਚਾਹੁੰਦਾ ਜਿਨ੍ਹਾਂ ਨੇ ਇਹ ਬਲਾਕ ਕਰਤਾਰਪੁਰ ਨੂੰ ਅਲਾਟ ਕੀਤਾ ਕਿ ਇਹ ਜਿਹੜੀ ਜਗ੍ਹਾ ਹੈ ਇਹ ਤਾਂ ਆਦਮਪੁਰ ਹਲਕੇ ਦੀ, ਫਿਰ ਤੁਸੀਂ ਕਰਤਾਰਪੁਰ ਹਲਕੇ ਦਾ ਬਲਾਕ ਇੱਥੇ ਕਿਵੇਂ ਲਾ ਸਕਦੇ ਹੋ? ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਹੋ ਤੁਸੀਂ। ਅੱਜ ਅਸੀਂ ਆਦਮਪੁਰ ਹਲਕਾ ਦੇ ਬਲਾਕ ਭੋਗਪੁਰ ਦੇ ਵਿੱਚ ਮੌਜੂਦ ਆ। ਜਿਹੜੇ ਬਲਾਕਸ ਨੂੰ ਰੀਸ਼ਫਲ ਕੀਤਾ ਜਾ ਰਿਹਾ ਹੈ, ਅੱਗੇ ਪਿੱਛੇ ਕਰਕੇ ਇਹਨਾਂ ਦੀ ਐ ਸੈਟਿੰਗ ਕੀਤੀ ਜਾ ਰਹੀ ਹੈ ਵੀ ਕਹਿੰਦੇ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ ਇਸ ਤਰੀਕੇ ਦੇ ਨਾਲ ਬਲਾਕ ਸੈੱਟ ਕੀਤੇ ਜਾਣ ਕਿ ਉਹ ਆਸਾਨੀ ਨਾਲ ਆਪਣੇ ਕੰਮ ਕਰਵਾ ਸਕਣ। ਪਰ ਕੀ ਨੀਤ ਇਹਦੇ ਪਿੱਛੇ ਇਹੀ ਹੈ? ਇਸ ਤੇ ਸ਼ੱਕ ਹੁੰਦਾ ਹੈ। ਸ਼ੱਕ ਕਿਉਂ ਹੁੰਦਾ? ਕਿਉਂਕਿ ਲੋਕ ਵਿਰੋਧ ਕਰ ਰਹੇ ਨੇ। ਅੱਜ ਭੋਗਪੁਰ ਦੀ ਦਾਣਾ ਮੰਡੀ 'ਚ ਵੱਡੀ ਗਿਣਤੀ ਕਿਸਾਨ, ਵੱਡੀ ਗਿਣਤੀ ਆਮ ਲੋਕ ਤੇ ਸਰਪੰਚ ਵੱਖ-ਵੱਖ ਪਿੰਡਾਂ ਦੇ ਇਕੱਤਰ ਹੋਏ। ਕਰੀਬ 83 ਪਿੰਡਾਂ ਦਾ ਮਾਮਲਾ ਇੱਥੇ ਉਲਝ ਚੁੱਕਿਆ ਹੈ। ਗੱਲਬਾਤ ਕਰਦੇ ਹਾਂ ਐਕਸ਼ਨ ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਕੋਲੋਂ ਤੇ ਕਿਸਾਨ ਆਗੂਆਂ ਦੇ ਕੋਲੋਂ। ਚਰਨਜੀਤ ਜੀ ਸਾਡੇ ਨਾਲ ਮੌਜੂਦ ਨੇ। ਬਾਈ ਜੀ, ਸਭ ਤੋਂ ਪਹਿਲਾਂ ਸਮਝਾਇਓ ਕਿ ਇਹ ਜਿਹੜਾ ਕੀਤਾ ਜਾ ਰਿਹਾ ਹੈ, ਬਲਾਕਾਂ ਨੂੰ ਤੋੜਿਆ ਜਾ ਰਿਹਾ ਹੈ, ਇਹਦੇ ਨਾਲ ਨੁਕਸਾਨ ਕੀ ਹੋਊਗਾ ਆਮ ਵਿਅਕਤੀ ਨੂੰ ਜਿਸ ਕਰਕੇ ਸੰਘਰਸ਼ ਕਰਨਾ ਪਿਆ? ਜੀ, ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਤੁਹਾਡੇ ਸਾਰੇ ਦਰਸ਼ਕਾਂ ਦਾ ਕਿ ਸਾਡੀ ਆਵਾਜ਼ ਨੂੰ ਦੂਰ ਦੂਰ ਤੱਕ ਸਾਡੇ ਸੁਣ ਰਹੇ ਨੇ। ਜਿੰਨੇ ਵੀ ਦਰਸ਼ਕ ਮੇਰੀ ਆਵਾਜ਼ ਸੁਣਦੇ ਨੇ, ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਸਾਡੇ ਇਹ 83 ਪਿੰਡ ਇਸ ਟਾਈਮ ਤਰਾਸਦੀ ਦੇ ਅਧੀਨ ਨੇ, ਕਿਉਂਕਿ ਪੰਜਾਬ ਸਰਕਾਰ ਨੇ ਇਹ ਜੋ ਏਜੰਡਾ ਲੈ ਕੇ ਆਂਦਾ ਇਹਦੇ ਮੁਤਾਬਕ ਪਿੰਡਾਂ ਦੀ ਫੇਰਬਦਲ ਕੀਤੀ। ਪਿੰਡਾਂ ਦੀ ਉਹ ਫੇਰਬਦਲ ਹੋ ਸਕਦੀ ਹੈ ਜਿਹੜੇ ਕਿ ਪਿੰਡ ਕਿਸੇ ਨੂੰ ਉਹਨੂੰ ਬਲਾਕ ਦੂਰ ਲੱਗਦਾ ਹੋਵੇ ਔਰ ਉਸ ਨੂੰ ਨਜ਼ਦੀਕ ਦਾ ਬਲਾਕ ਦੇ ਦਿੱਤਾ ਜਾਵੇ। ਪੰਚਾਇਤੀ ਐਕਟ 1994 ਦੇ ਵਿੱਚ ਇਹ ਅਧਿਕਾਰ ਹੈ ਕਿ ਤੁਸੀਂ ਪਿੰਡ ਬਦਲੀ ਕਰ ਸਕਦੇ ਹੋ, ਲੇਕਿਨ ਉਹਦੀ ਸਹੂਲਤ ਵਾਸਤੇ। ਲੇਕਿਨ ਇਹ ਸਰਕਾਰ ਨੇ ਜੋ ਪਿੰਡਾਂ ਦਾ ਫੇਰਬਦਲ ਕੀਤਾ ਇਹ ਸਹੂਲਤ ਵਾਸਤੇ ਨਹੀਂ ਕੀਤਾ, ਸਾਨੂੰ ਤੰਗ ਕਰਨ ਵਾਸਤੇ ਕੀਤਾ। ਤੰਗ ਕਿੱਦਾਂ? ਮੈਨੂੰ ਤਾਂ ਇਹ ਸਮਝ ਨਹੀਂ ਆ ਰਹੀ। ਤੰਗ ਇਸ ਤਰ੍ਹਾਂ ਜੀ, ਮੈਂ ਆਪ ਜੀ ਨੂੰ ਮੈਪ ਦੇ ਜ਼ਰੀਏ ਵੀ ਬਾਅਦ ਦੇ ਵਿੱਚ ਦਿਖਾਵਾਂਗਾ ਕਿ ਭੋਗਪੁਰ ਬਲਾਕ ਦੇ ਨਾਲ ਲੱਗਦੇ ਪਿੰਡ, ਬਿਲਕੁਲ ਜਿੱਥੋਂ ਕਿ ਭੋਗਪੁਰ ਬਲਾਕ ਨੂੰ 1 ਕਿਲੋਮੀਟਰ ਦੇ ਉੱਤੇ ਪਿੰਡ ਪੈਂਦਾ, ਉਹ ਪਿੰਡ ਚੈੱਕ ਕਰਕੇ ਸਾਨੂੰ 15 ਤੋਂ 20 ਕਿਲੋਮੀਟਰ 25 ਕਿਲੋਮੀਟਰ ਦੂਰ, ਜਿਨ੍ਹਾਂ ਨੂੰ 33 ਕਿਲੋਮੀਟਰ ਦੂਰ ਲਾਸਟ ਪਿੰਡਾਂ ਨੂੰ ਵੀ ਬਲਾਕ ਪੈਂਦਾ, ਉਹਨਾਂ ਪਿੰਡਾਂ ਨੂੰ ਉਸ ਬਲਾਕ ਨਾਲ ਜੋੜ ਦਿੱਤਾ। ਜਦ ਕਿ ਜਿਹੜਾ ਸਾਡਾ ਕੰਮ 1 ਕਿਲੋਮੀਟਰ ਤੋਂ ਪਹਿਲਾਂ ਹੋ ਜਾਂਦਾ ਸੀ ਉਹ ਕੰਮ ਨੂੰ ਕਰਵਾਉਣ ਵਾਸਤੇ ਸਾਨੂੰ ਹੁਣ 33 ਕਿਲੋਮੀਟਰ ਦੂਰ ਜਾਣਾ ਪਵੇਗਾ। ਇਸ ਦੇ ਨਾਲ ਨਾਲ ਕਿ ਸਾਡੀ ਜਿਹੜੀ ਆ ਪੰਚਾਇਤ ਸੰਮਤੀ ਦੀ ਜਿਹੜਾ ਸਾਡਾ ਅਧਿਕਾਰ ਹੈ, ਜਿਹੜਾ ਅਸੀਂ ਆਪਣਾ ਨੁਮਾਇੰਦਾ ਉੱਥੇ ਚੁਣਨਾ ਹੁੰਦਾ ਵੀਡੀਓ ਦੇ ਬਰਾਬਰ ਬੈਠਣ ਵਾਸਤੇ, ਪੰਚਾਇਤਾਂ ਨੇ ਆਪਣਾ ਕੰਮ ਕਰਵਾਉਣਾ ਹੁੰਦਾ ਸੰਮਤੀ ਦੇ ਮੈਂਬਰ ਦੇ ਕੋਲੋਂ, ਉਸ ਮੈਂਬਰ ਦਾ ਵੀ ਸਾਡੀ ਮੈਂਬਰਸ਼ਿਪ ਵੀ ਖਤਮ ਕਰ ਦਿੱਤੀ। ਸਾਡੀ ਉਹ ਮੈਂਬਰਸ਼ਿਪ ਜਾ ਕੇ ਆਦਮਪੁਰ ਦੀ ਸੰਮਤੀ ਦੇ ਨਾਲ ਜੋੜ ਦਿੱਤੀ, ਜਿਸ ਦੇ ਨਾਲ ਕਿ ਇੱਕ ਸੰਮਤੀ ਮੈਂਬਰ ਦੇ ਕੋਲੇ ਜਿੱਥੇ 4 ਪਿੰਡ ਹੁੰਦੇ ਸੀ ਉੱਥੇ 16 ਪਿੰਡ, 12 ਪਿੰਡ ਉਸ ਸੰਮਤੀ ਮੈਂਬਰ ਨੂੰ ਵੰਡ ਦਿੱਤੇ। ਉਸਨੂੰ ਖੁਦ ਨੂੰ ਨਹੀਂ ਪਤਾ ਕਿ ਮੇਰੇ ਕਿੰਨੇ ਪਿੰਡ ਨੇ। ਹੁਣ ਕਿਹੜਾ ਸੰਮਤੀ ਮੈਂਬਰ ਖੜਾ ਹੋਵੇਗਾ, ਕਿਹੜਾ ਸਾਡੀ ਬਾਂਹ ਫੜੇਗਾ? ਸਾਡੀ ਜ਼ਮੀਨਾਂ ਦਾ ਦਿੱਤਾ ਹੋਇਆ ਪੈਸਾ ਜਿਹੜਾ ਕਿ ਉਹ ਇਹਦਾ ਦੁਰ ਉਪਯੋਗ ਕਰਨ ਵਾਸਤੇ ਸਾਰਾ ਸਰਕਾਰ ਨੇ ਇਹ ਘਟਨਾਕ੍ਰਮ ਘੜਿਆ, ਕਿਉਂਕਿ ਇਹਨਾਂ ਨੇ ਅੱਜ ਤੱਕ ਸਾਡੀਆਂ ਪੰਚਾਇਤਾਂ ਨੂੰ ਕੋਈ ਗ੍ਰਾਂਟ ਤਾਂ ਦਿੱਤੀ ਹੀ ਨਹੀਂ।
ਜਿਹੜੀਆਂ ਪੰਚਾਇਤ ਸਮਿਤੀ ਤੋਂ ਆਉਣ ਵਾਲਾ ਪੈਸਾ ਔਰ ਜਿਹੜੀ ਸਮਿਤੀ ਦਾ ਵੀ ਸਰਕਾਰ ਨੂੰ ਡਰ ਸੀ ਵੀ ਲੋਕਾਂ ਨੇ ਸਾਨੂੰ ਫਤਵਾ ਨਹੀਂ ਦੇਣਾ ਲੈਂਡ ਬੋਂਡਿੰਗ ਦੇ ਚੱਲਦੇ, ਉਹਦੇ ਚੱਲਦੇ ਇਹਨਾਂ ਨੇ ਪੁੱਠੀ ਰਣਨੀਤੀ ਘੜੀ ਲੋਕਾਂ ਨੂੰ ਉਲਝਾ ਦਿਓ, ਉਹਨਾਂ ਨੂੰ ਆਪਣੇ ਪਿੰਡਾਂ ਦਾ ਹੀ ਨਾ ਪਤਾ ਲੱਗੇ। ਹੁਣ 33 ਕਿਲੋਮੀਟਰ ਦੂਰ ਸਾਡਾ ਇੱਕ ਪਿੰਡ ਚੱਲ ਕੇ ਆਦਮਪੁਰ ਆਪਣਾ ਕੰਮ ਕਰਵਾਉਣ ਜਾਵੇਗਾ, ਤੇ ਉਹ ਬਹੁਤ ਮੰਦਭਾਗੀ ਗੱਲ ਹੈ। ਜਦ ਕਿ 1 ਕਿਲੋਮੀਟਰ ਤੇ ਸਾਡਾ ਬਲਾਕ ਸੀ, ਉਸ ਬਲਾਕ ਨੂੰ ਜਲੰਧਰ ਵੈਸਟ ਦੇ ਪਿੰਡਾਂ ਨੂੰ ਜੋੜ ਦਿੱਤਾ। ਉਸ ਬਲਾਕ ਨੂੰ ਜਿਹੜਾ ਪਿੰਡ ਨਜ਼ਦੀਕ ਪੈਂਦਾ ਉਹ ਆਦਮਪੁਰ ਪੈਂਦਾ ਜਾਂ ਜਲੰਧਰ ਵੈਸਟ ਪੈਂਦਾ, ਉਹਨਾਂ ਨੂੰ ਭੋਗਪੁਰ ਭੇਜਿਆ ਗਿਆ, ਸਾਨੂੰ ਭੋਗਪੁਰ ਵਾਲਿਆਂ ਨੂੰ ਚੱਕ ਕੇ ਉੱਥੇ ਭੇਜਿਆ ਗਿਆ। ਅੱਛਾ, ਇਹਦੇ ਪਿੱਛੇ ਫਿਰ ਗੱਲ ਕੀ ਲੱਗਦੀ ਹੈ, ਸਰਕਾਰ ਇਹ ਕਰ ਕਿਉਂ ਰਹੀ ਹੈ? ਇੱਕ ਤਾਂ ਪੱਖ ਇਹ ਲੱਗ ਰਿਹਾ ਹੈ ਵੀ ਜਿਹੜੀਆਂ ਸੰਮਤੀ ਦੀਆਂ ਚੋਣਾਂ ਆਉਣੀਆਂ ਨੇ ਉਸ ਦੇ ਵਿੱਚ ਇਹ ਦੇਖਦੇ ਹੋਇਆਂ ਕਿ ਸਾਡਾ ਨੁਕਸਾਨ ਹੋ ਸਕਦਾ ਹੈ, ਇਸ ਕਰਕੇ ਸਰਕਾਰ ਇਹ ਚਾਲ ਖੇਡ ਰਹੀ ਹੋਊਗੀ। ਪਰ ਉਸ ਤੋਂ ਇਲਾਵਾ ਤੁਹਾਨੂੰ ਕੀ ਲੱਗਦਾ? ਜੀ, ਉਸ ਤੋਂ ਇਲਾਵਾ ਵੀ ਇਹ ਪੰਜਾਬ ਸਰਕਾਰ ਇੱਕ ਪਾਲਿਸੀ ਲੈ ਕੇ ਆਈ ਹੈ ਕਿ ਇੱਕ ਜੇ ਹਲਕਾ ਐਮਐਲਏ ਦਾ ਹਲਕਾ ਉਹਦਾ ਇੱਕ ਬਲਾਕ ਹੋਵੇਗਾ। ਅਗਰ ਉਸ ਦਾ ਇੱਕ ਬਲਾਕ ਹੋਵੇਗਾ ਉਸ ਨੂੰ ਗਰਾਊਂਡ ਦੇ ਉੱਤੇ ਬਾਚਿਆ ਜਾਵੇਗਾ ਵੀ ਵਾਕਈ ਇੱਕ ਬਲਾਕ ਹੋਣ ਦੇ ਕਾਬਿਲ ਹੈ। ਜਦੋਂ ਕਿ ਹੁਣ ਕਿਸੇ ਐਮਐਲਏ ਦਾ ਹਲਕਾ ਹੈ ਉਹਦੇ ਬਿਲਕੁਲ ਇੱਕ ਛੋੜ ਦੇ ਉੱਤੇ ਉਹਦਾ ਬਲਾਕ ਪੈਂਦਾ, ਉਹਦੇ ਦੂਸਰੇ ਛੋੜ ਦੇ ਉੱਤੇ ਜਾ ਕਰਕੇ ਉਹਦੇ ਦੂਰ ਦੂਰ ਪਿੰਡ ਪੈਂਦੇ ਨੇ। ਉਹ ਜਿਹੜੇ ਦੂਸਰਾ ਬਲਾਕ ਇੱਕ ਹਲਕੇ ਨੂੰ ਕਰਤਾਰਪੁਰ ਹਲਕੇ ਨੂੰ ਤਾਂ 2 ਪਿੰਡ ਦੇ ਦਿੱਤੇ ਗਏ, ਆਦਮਪੁਰ ਹਲਕੇ ਨੂੰ ਇੱਕ ਬਲਾਕ ਦਿੱਤਾ ਗਿਆ। ਉਹ ਆਪਣੀ ਉਸ ਰਣਨੀਤੀ ਦੇ ਤਹਿ ਵੀ ਖਰਾ ਨਹੀਂ ਉਤਰਦਾ ਵੀ ਜਿਹੜਾ ਭਾਵ ਵੀ ਆਪਣੇ ਜਿੱਥੇ ਆਪਣਾ ਐਮਐਲਏ ਆ ਉੱਥੇ ਬਲਾਕ 2 ਕਰਤੇ, ਜਿੱਥੇ ਹੋਰ ਵਿਰੋਧੀ ਪਾਰਟੀ ਦਾ ਐਮਐਲਏ ਆ ਉਹਦਾ ਇੱਕ ਬਲਾਕ ਖੋਹ ਲਿਆ ਜਿਹੜਾ ਹੈਗਾ ਸੀ ਪਹਿਲਾਂ। ਬਿਲਕੁਲ ਜੀ, ਬਿਲਕੁਲ ਇਸੇ ਤਰ੍ਹਾਂ ਸਰਕਾਰ ਦਾ ਆਪਣਾ ਕੀਤਾ ਹੋਇਆ ਨੋਟੀਫਿਕੇਸ਼ਨ ਦੇ ਉੱਤੇ ਸਰਕਾਰ ਖਰੀ ਨਹੀਂ ਆ। ਜੋ ਉਹਨਾਂ ਨੇ ਇੱਕ ਵਿਧਾਇਕ ਦਾ ਇੱਕ ਬਲਾਕ ਕੀਤਾ, ਫਿਰ ਜਿਹੜਾ ਤੁਹਾਡਾ ਕਰਤਾਰਪੁਰ ਦਾ ਵਿਧਾਇਕ ਆ ਉਹਦਾ ਵੀ ਇੱਕੋ ਹੀ ਬਲਾਕ ਹੋਣਾ ਚਾਹੀਦਾ ਸੀ, ਉਹਨੂੰ ਕਿਉਂ ਦੋ ਬਲਾਕ ਦਿੱਤੇ? ਪਰ ਜਿਹੜੇ ਇੱਥੋਂ ਹਲਕਾ ਇੰਚਾਰਜ ਲਾਏ ਨੇ ਆਮ ਆਦਮੀ ਪਾਰਟੀ ਨੇ, ਟੀਨੂ ਸਾਹਿਬ, ਉਹ ਤਾਂ ਕਹਿ ਰਹੇ ਨੇ ਜਨਤਕ ਤੌਰ ਤੇ ਵੀਡੀਓ ਪਾ ਕੇ ਵੀ ਇਦਾਂ ਦਾ ਕੁਝ ਨਹੀਂ ਹੋਊਗਾ, ਮੇਰੀ ਗੱਲ ਹੋ ਗਈ ਆ ਜੀ। ਹਾਸੋਹੀਣੀ ਗੱਲ ਹੈ ਜੀ। ਮੈਂ ਇਹਨਾਂ ਬਾਰੇ ਹੁਣ ਪਹਿਲਾਂ ਵੀ ਕਾਫੀ ਟਿੱਪਣੀਆਂ ਵੀਡੀਓ ਦੇ ਜ਼ਰੀਏ ਕਰ ਚੁੱਕਾ ਹਾਂ। ਟੀਨੂ ਸਾਹਿਬ ਨੂੰ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਸੀਗਾ ਵੀ ਟੀਨੂ ਸਾਹਿਬ, ਇਹ ਜਿਹੜਾ ਮਾਮਲਾ ਤੁਸੀਂ ਡੀਸੀ ਲੈਵਲ ਤੇ ਸਾਨੂੰ ਉਲਝਾਈ ਜਾਂਦੇ ਹੋ, ਮਾਮਲਾ ਤਾਂ ਤੁਹਾਡਾ ਸਟੇਟ ਲੈਵਲ ਤੋਂ ਵੀ ਉੱਪਰ ਨਿਕਲ ਚੁੱਕਾ ਹੈ। ਤੁਸੀਂ ਤਾਂ ਨੋਟੀਫਿਕੇਸ਼ਨ ਜਾਰੀ ਕਰਦੇ, ਤੁਸੀਂ ਤਾਂ ਇਤਰਾਜ਼ ਮੰਗਦੀ ਪਈ ਆ ਤੁਹਾਡੀ ਚੰਡੀਗੜ੍ਹ ਦੀ ਟੀਮ, ਔਰ ਤੁਸੀਂ ਤਾਂ ਸਾਨੂੰ ਡੀਸੀ ਲੈਵਲ ਤੇ ਉਲਝਾਈ ਜਾ ਰਹੇ ਹੋ। ਇਹ ਜਿਹੜੀਆਂ ਵੀਡੀਓ ਜਾਰੀ ਕਰਕੇ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ, ਲੋਕਾਂ ਨੂੰ ਵੀ ਸਰਪੰਚਾਂ ਨੂੰ ਗੁੰਮਰਾਹ ਕਰਨਾ ਸੀਗਾ ਵੀ ਇਸ ਇਕੱਠ ਦੇ ਵਿੱਚ ਸਰਪੰਚ ਨਾ ਪਹੁੰਚਣ। ਪਰ ਫਿਰ ਵੀ ਮੈਂ ਉਹਨਾਂ ਸਰਪੰਚਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਉਹਨਾਂ ਦੀ ਇਸ ਵੀਡੀਓ ਨੂੰ ਨਕਾਰਦੇ ਹੋਏ ਸਾਡੇ ਅੱਜ ਇਕੱਠ ਦੇ ਵਿੱਚ ਭਰਮਾ ਹੁੰਗਾਰਾ ਦਿੱਤਾ ਜੀ। ਅੱਛਾ, ਕਿੰਨੇ ਪਿੰਡ ਕਰਤਾਰਪੁਰ ਦੇ ਨਾਲ ਜੋੜੇ ਜਾ ਰਹੇ ਨੇ ਤੇ ਕਿੰਨਿਆਂ ਨੂੰ ਇਧਰੋਂ ਆਦਮਪੁਰ ਜਾਣਾ ਪਊਗਾ, ਉਹ ਜ਼ਰਾ ਕੁੱਲ ਜਾਣਕਾਰੀ। 52 ਪਿੰਡਾਂ ਨੂੰ ਆਦਮਪੁਰ ਬਲਾਕ ਦੇ ਨਾਲ ਜੋੜਿਆ ਗਿਆ ਜੀ, ਤੇ 31 ਪਿੰਡਾਂ ਨੂੰ ਕਰਤਾਰਪੁਰ ਬਲਾਕ ਦੇ ਨਾਲ ਜੋੜਿਆ ਗਿਆ ਜੀ। 31 ਪਿੰਡ ਜਿਹੜੇ ਉਹ ਪਹਿਲਾਂ ਵੀ ਹਲਕਾ ਕਰਤਾਰਪੁਰ ਦੇ ਨਾਲ ਜ਼ਰੂਰ ਸੀਗੇ, ਲੇਕਿਨ ਉਹਨਾਂ ਨੂੰ ਜਿਹੜਾ ਕਰਤਾਰਪੁਰ ਦਾ ਬਲਾਕ ਬਹੁਤ ਦੂਰ ਲੱਗਦਾ ਸੀ, ਇਸੇ ਕਰਕੇ ਭੋਗਪੁਰ ਦਾ ਬਲਾਕ ਬਣਾਇਆ ਗਿਆ। 1961 ਦਾ ਸਾਡਾ ਇਹ ਬਣਿਆ ਹੋਇਆ ਬਲਾਕ ਹੈਗਾ ਜੀ, ਜਿਸ ਨੂੰ ਕਿ ਸਰਕਾਰ ਖਤਮ ਕਰਨ ਦੀ ਚਾਲ ਖੇਡਦੀ ਹੈ। ਔਰ ਬਹੁਤ ਵੱਡੀ ਹਾਸੋਹੀਣੀ ਗੱਲ ਹੈ, ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਦੇ ਜ਼ਰੀਏ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦਾ, ਉਹਨਾਂ ਅਧਿਕਾਰੀਆਂ ਨੂੰ ਪੁੱਛਣਾ ਚਾਹੁੰਦਾ ਜਿਨ੍ਹਾਂ ਨੇ ਇਹ ਬਲਾਕ ਕਰਤਾਰਪੁਰ ਨੂੰ ਅਲਾਟ ਕੀਤਾ, ਕਿ ਇਹ ਜਿਹੜੀ ਜਗ੍ਹਾ ਹੈ ਇਹ ਤਾਂ ਆਦਮਪੁਰ ਹਲਕੇ ਦੀ, ਫਿਰ ਤੁਸੀਂ ਕਰਤਾਰਪੁਰ ਹਲਕੇ ਦਾ ਬਲਾਕ ਇੱਥੇ ਕਿਵੇਂ ਲਾ ਸਕਦੇ ਹੋ? ਇਹ ਤੁਹਾਡਾ ਕੀਤਾ ਹੋਇਆ ਟੈਰੀਟਰੀ ਚੋਂ ਹੀ ਬਾਹਰ ਹੈ। ਹਾਂ, ਇੱਕ ਵਾਰੀ ਉਹਨੂੰ ਦੁਬਾਰਾ ਪੜ੍ਹ ਲੈਣ, ਦੁਬਾਰਾ ਜਾਂਚ ਲੈਣ ਵੀ ਜਿਹਦੇ ਉੱਤੇ ਤੁਸੀਂ ਨੋਟੀਫਿਕੇਸ਼ਨ ਕਰਕੇ ਤੁਸੀਂ ਜਾਰੀ ਕਰਦੇ ਹੋ, ਗਜਟ ਜਾਰੀ ਕਰਦੇ ਹੋ, ਉਸ ਗਜਟ ਦੇ ਵਿੱਚ ਇਹ ਜਿਹੜਾ ਭੋਗਪੁਰ ਦਾ ਏਰੀਆ ਇਹ ਤਾਂ ਆਦਮਪੁਰ ਹਲਕੇ 'ਚ ਆ ਗਿਆ। ਅੱਛਾ, ਇਹ ਮੈਪ ਇੱਕ ਵਾਰ ਸਮਝਾ ਦਿਓ ਜਿਹੜੇ ਤੁਸੀਂ ਲਾਏ ਹੋਏ ਨੇ, ਇਹ ਮੈਪ ਕੀ ਬੋਲਦੇ ਨੇ ਤੇ ਇਹ ਕੀ ਕਹਿ ਰਹੇ ਨੇ, ਜਰਾ ਦੱਸਿਓ। ਇਹ ਮੈਪ ਜਿਹੜੇ ਹੈਗੇ ਜੀ, ਮੈਂ ਮੈਪ ਦੀ ਇਸ ਸਾਈਡ ਤੇ ਆ ਜਾਵਾਂ ਜੀ। ਇਹ ਜਿਹੜਾ ਮੈਪ ਹੈ ਜਲੰਧਰ ਵੈਸਟ ਦੇ ਪਿੰਡ ਹੈਗੇ ਆ ਜੀ, ਇਹ ਜੰਡੂ ਸਿੰਘਾ ਪਿੰਡ ਨੂੰ ਭੋਗਪੁਰ ਬਲਾਕ ਅਲਾਟ ਕੀਤਾ ਗਿਆ। ਅਗਰ ਜੰਡੂ ਸਿੰਘੇ ਪਿੰਡ ਤੋਂ ਭੋਗਪੁਰ ਬਲਾਕ ਨੂੰ ਆਉਣਾ ਹੋਵੇ, ਜਦ ਕਿ ਭੋਗਪੁਰ ਬਲਾਕ ਇਹ ਰਹਿ ਗਿਆ ਇਹਨਾਂ ਦੇ ਨਕਸ਼ੇ ਤੋਂ ਹੀ ਬਾਹਰ ਹੈ। ਹਾਂਜੀ, ਇਹ ਭੋਗਪੁਰ ਬਲਾਕ ਦਾ ਏਰੀਆ ਤੇ ਇਹਦੇ ਵਿੱਚ ਭੋਗਪੁਰ ਕਿਤੇ ਹੈ ਹੀ ਨਹੀਂ। ਬਲਾਕ ਹੋਵੇ ਭੋਗਪੁਰ ਔਰ ਉਹ ਆਪਣੇ ਉਸ ਖੇਤਰ ਵਿੱਚ ਹੀ ਨਾ ਹੋਵੇ, ਇਸ ਤਰ੍ਹਾਂ ਦਾ ਕਦੀ ਹੁੰਦਾ? ਮੈਂ ਇਹਨਾਂ ਅਧਿਕਾਰੀਆਂ ਨੂੰ ਪੁੱਛਣਾ ਚਾਹੁੰਦਾ ਵੀ ਆਹ ਨਕਸ਼ਾ ਮੈਂ ਲਗਾਇਆ, ਜਾਂ ਤੁਸੀਂ ਇਹਨੂੰ ਝੂਠਾ ਪਾ ਦਿਓ। ਬਲਾਕ ਤੁਹਾਡਾ ਭੋਗਪੁਰ ਹੈ, ਲੇਕਿਨ ਤੁਹਾਡੇ ਇਸ ਏਰੀਆ ਦੇ ਅੰਦਰ ਭੋਗਪੁਰ ਕਿਤੇ ਹੈ ਹੀ ਨਹੀਂ, ਕੰਸਟੀਚੁਐਂਸੀ ਦੇ ਅੰਦਰ ਹੀ ਹੈ, ਅੰਦਰ ਹੈ ਹੀ ਨਹੀਂ। ਬਲਾਕ ਤਾਂ ਤੁਹਾਡਾ ਚਲਾ ਗਿਆ ਬਾਹਰ ਆਦਮਪੁਰ ਦੇ ਏਰੀਆ ਦੇ ਵਿੱਚ, ਤੇ ਫਿਰ ਇਹ ਭੋਗਪੁਰ ਨੂੰ ਕਿੱਦਾਂ ਰਿਪਰੈਜ਼ੈਂਟ ਕਰ ਸਕਦਾ ਹੈ? ਕਰਤਾਰਪੁਰ ਨੂੰ ਜੋੜਿਆ। ਇਹ ਕਰਤਾਰਪੁਰ ਦੇ 2 ਬਣਾਤੇ ਜੀ, ਆ ਕਰਤਾਰਪੁਰ ਦਾ ਦੂਸਰਾ ਆ ਗਿਆ, ਆ ਕਰਤਾਰਪੁਰ ਦਾ ਦੂਸਰਾ ਆ ਗਿਆ। ਇਹ ਵਾਲਾ ਸਾਰਾ ਕਹਿ ਲਈਏ ਵੀ ਭੋਗਪੁਰ ਨਾਲ ਜੋੜਿਆ, ਇਧਰਲੇ ਬੰਨੇ ਵਾਲਾ ਕਰਤਾਰਪੁਰ ਨਾਲ ਜੋੜਿਆ ਗਿਆ ਜੀ। ਇਹ ਭੋਗਪੁਰ ਨੂੰ ਖਤਮ ਕਰਨਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਜਦੋਂ ਅਗਲਾ ਨੋਟੀਫਿਕੇਸ਼ਨ ਆਊਗਾ ਉਹ ਕਹਿਣਗੇ ਇਹ ਤਾਂ ਸਾਡੇ ਅਧਿਕਾਰੀ ਖੇਤਰ 'ਚ ਨਹੀਂ ਆਉਂਦਾ, ਇਹ ਬਲਾਕ ਨੂੰ ਖਤਮ ਕੀਤਾ ਜਾਏ, ਇੱਧਰ ਸ਼ਿਫਟ ਕੀਤਾ ਜਾਵੇ ਜੀ। ਕਿਉਂਕਿ ਡਾਇਰੈਕਟਲੀ ਸਰਕਾਰ ਉਸ ਨੂੰ ਖਤਮ ਨਹੀਂ ਕਰ ਸਕਦੀ। ਪੰਚਾਇਤੀ ਐਕਟ 1994 ਦੇ ਤਹਿਤ
ਡਾਇਰੈਕਟਲੀ ਕਿਸੇ ਬਲਾਕ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਇਹ ਸੈਕਿੰਡ ਚਾਲ ਦੇ ਅਕੋਰਡਿੰਗ ਇਸ ਨੂੰ ਖਤਮ ਕਰਨਾ ਵੀ ਪਹਿਲੀ ਚਾਲ ਦੇ ਵਿੱਚ ਇਹਦੇ ਨਾਲ ਥੋੜੇ ਪਿੰਡ ਜੋੜ ਦਿਓ, ਬਲਾਕ ਨੂੰ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਕੱਢ ਦਿਓ। ਅਗਲੀ ਆਉਂਦੀ ਹੋਈ ਚਾਲਾਂ 'ਚ ਕਿਹਾ ਜਾਊਗਾ ਵੀ ਇਹ ਪਿੰਡ ਬਲਾਕ ਤੱਕ ਪਹੁੰਚ ਨਹੀਂ ਪਾ ਰਹੇ, ਇਹਨਾਂ ਨੂੰ ਕਰਤਾਰਪੁਰ ਸ਼ਿਫਟ ਕੀਤਾ ਜਾਵੇ। ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਕਰਤਾਰਪੁਰ ਸ਼ਿਫਟ ਹੋਣਗੇ ਤੇ ਭੋਗਪੁਰ ਬਲਾਕ ਖਤਮ ਕੀਤਾ ਜਾਊਗਾ ਜੀ। ਦੂਸਰਾ ਮੈਪ ਇਹ ਵਾਲਾ ਹੈਗਾ ਜੀ, ਇਹਦੇ ਵਿੱਚ ਦੇਖੋ ਆ ਭੋਗਪੁਰ ਦਾ ਏਰੀਆ ਜੀ, ਆ ਜਿਹੜਾ ਤੁਹਾਨੂੰ ਸਫੇਦ ਏਰੀਆ ਨਜ਼ਰ ਆ ਰਿਹਾ ਇਹ ਹੈਗਾ ਕਰਤਾਰਪੁਰ ਦਾ ਏਰੀਆ, ਠੀਕ ਹੈ ਜੀ। ਜਦ ਕਿ ਇਹ ਭੋਗਪੁਰ ਹੈਗਾ ਇਹ ਆਦਮਪੁਰ ਦੇ ਏਰੀਆ ਦੇ ਵਿੱਚ ਆਉਂਦਾ, ਠੀਕ ਹੈ। ਕੰਸਟੀਚੁਐਂਸੀ ਆਦਮਪੁਰ ਦੀ ਹੈ। ਇਹਦੇ ਨਾਲ ਲੱਗਦੇ ਇਹ ਜਿਹੜੇ ਪਿੰਡ ਹੈਗੇ ਆ ਦੇਖੋ ਭੋਗਪੁਰ ਦੇ ਬਿਲਕੁਲ ਨਾਲ ਲੱਗਦੇ ਅੱਧੇ ਕਿਲੋਮੀਟਰ ਦੇ ਜਿੰਨੇ ਵੀ ਪਿੰਡ ਹੈਗੇ ਆ ਇਹ ਸਾਰੇ ਚੱਕ ਕੇ ਆਦਮਪੁਰ ਬਲਾਕ ਦੇ ਨਾਲ ਜੋੜ ਦਿੱਤੇ ਗਏ। 33 ਕਿਲੋਮੀਟਰ ਦੂਰ ਜਾਊਗਾ ਇਹ ਵਾਲਾ ਪਿੰਡ ਉੱਠ ਕੇ, 33 ਕਿਲੋਮੀਟਰ ਉਹ ਇਹ ਭੋਗਪੁਰ ਬਲਾਕ ਨੂੰ ਕ੍ਰਾਸ ਕਰਕੇ ਜਾਊਗਾ। ਔਰ ਸਾਡੇ ਜਿਹੜੇ ਇੱਥੇ ਹਲਕਾ ਇੰਚਾਰਜ ਲੱਗੇ ਉਹ ਕਹਿੰਦੇ ਨੇ ਕਿ ਡੀਸੀ ਸਾਹਿਬ ਨਾਲ ਸਾਡੀ ਗੱਲ ਹੋ ਗਈ ਆ, ਇੱਥੇ ਇੱਕ ਅਧਿਕਾਰੀ ਬੈਠੂਗਾ ਜੀ ਕੰਮ ਕਰਨ ਨੂੰ। ਉਹ ਕੰਮ ਕਰਨ ਵਾਸਤੇ ਭਾਵੇਂ ਤੁਸੀਂ ਕਿਸੇ ਦੁਕਾਨ ਦੇ ਵਿੱਚ ਬਿਠਾ ਲਓ, ਕੰਮ ਕਰਨ ਵਾਸਤੇ ਤਾਂ ਸੈਕਟਰੀ ਘਰ ਵੀ ਆਉਂਦਾ ਸਰਪੰਚ ਦੇ, ਉਹ ਘਰ ਵੀ ਆ ਕੇ ਮਤਾ ਪਾ ਕੇ ਜਾਂਦਾ ਤੇ ਕੀ ਉਹ ਬਲਾਕ ਉਹਦਾ ਘਰ ਹੋ ਗਿਆ। ਇਹਨਾਂ ਦੇ ਜਿਹੜੀ ਕਾਰਵਾਈ ਰਜਿਸਟਰ ਆ, ਕਾਰਵਾਈ ਰਜਿਸਟਰ ਦੇ ਉੱਪਰ ਆਦਮਪੁਰ ਬਲਾਕ ਹੀ ਲਿਖਿਆ ਜਾਊਗਾ। ਜੋ ਜਿਹੜੀ ਕਾਰਵਾਈ ਤੋਰੀ ਜਾਊਗੀ ਇਹਨਾਂ ਪਿੰਡਾਂ ਤੋਂ ਵੀ ਕਾਰਵਾਈ ਹਿੱਤ, ਥੱਲੇ ਅਸੀਂ ਕਾਰਵਾਈ ਪਾਉਣ ਤੋਂ ਬਾਅਦ ਲਿਖਦੇ ਹਾਂ ਕਾਰਵਾਈ ਹਿੱਤ ਬਲਾਕ ਭੋਗਪੁਰ, ਉੱਥੇ ਲਿਖਿਆ ਜਾਂਦਾ ਹੈ ਕਾਰਵਾਈ ਹਿੱਤ ਬਲਾਕ ਆਦਮਪੁਰ। ਇਹ ਭੋਗਪੁਰ ਨੂੰ ਕਾਂਡਾ ਵੱਜ ਗਿਆ। ਇਹ ਜਿਹੜੇ ਭਰਮ ਦੇ ਵਿੱਚ ਹੈਗੇ ਨੇ ਮੇਰੇ ਥੋੜੇ ਵੀਰ, ਕਈ ਸਰਪੰਚ ਹੈਗੇ ਵੀ ਨੇ, ਉਹ ਕਹਿੰਦੇ ਜੀ ਇਸ ਤਰ੍ਹਾਂ ਹੋ ਜਾਊਗਾ। ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਤੁਹਾਡੀ ਕਾਰਵਾਈ ਰਜਿਸਟਰ ਦੇ ਉੱਤੇ ਬਲਾਕ ਆਦਮਪੁਰ ਲਿਖਿਆ ਜਾਣਾ ਤੇ ਅਧਿਕਾਰੀ ਤਾਂ ਪਹਿਲਾਂ ਹੀ ਪੂਰੇ ਨਹੀਂ ਹੈਗੇ। ਤੇ ਜੇ ਸੈਕਟਰੀ ਦੀ ਜਿੱਦਾਂ ਤੁਸੀਂ ਗੱਲ ਕੀਤੀ ਹੈ, ਸੈਕਟਰੀ ਤਾਂ ਕਹਿੰਦਾ ਪਿੰਡ ਹੀ ਇੰਨੇ ਆ, ਮੇਰਾ ਟਾਈਮ ਨਹੀਂ ਹਾਲੇ, ਮੈਂ ਤੁਹਾਨੂੰ ਦੱਸੂਗਾ ਫਿਰ ਤੁਸੀਂ ਦਿਨ ਨਿਸ਼ਚਿਤ ਕਰਿਓ। ਤੇ ਇਹ ਫਿਰ ਕਿੱਦਾਂ ਨਿਬੜੂਗੀ ਗੱਲ ਇੰਨੀ ਦੂਰ? ਸਾਡੇ 83 ਪਿੰਡਾਂ ਦੇ ਕੋਲੇ ਟੋਟਲ 4 ਸੈਕਟਰੀ ਸੀ, 4 ਦੇ ਵਿੱਚੋਂ 2 ਕੰਮ ਕਰਦੇ ਸੀ, 2 ਦੀ ਆਊਟ ਆਫ ਡਿਊਟੀ ਲੱਗੀ ਸੀ। ਹੁਣ ਆਦਮਪੁਰ ਦੇ ਕੋਲੇ ਪਹਿਲਾਂ ਹੀ ਵੀਡੀਓ ਨਹੀਂ ਹੈਗਾ, ਵੀਡੀਓ ਦਫ਼ਤਰ ਦੀ ਬਿਲਡਿੰਗ ਬਹੁਤ ਛੋਟੀ ਹੈ, ਬਹੁਤ ਛੋਟੀ ਬਿਲਡਿੰਗ ਆ, ਉੱਥੇ ਗੱਡੀਆਂ ਖੜੀਆਂ ਕਰਨ ਵੀ ਜੋ ਕਿ ਜਗ੍ਹਾ ਨਹੀਂ ਹੈਗੀ ਜਿੱਥੇ ਸਾਨੂੰ ਜੋੜ ਦਿੱਤਾ। 155 ਪਿੰਡ ਬਣਾਤੇ ਗਏ ਯਾਰ, ਹਾਸੋਹੀਣੀ ਗੱਲ ਹੁੰਦੀ ਆ। ਸਮਝ ਨਹੀਂ ਆਉਂਦੀ ਵੀ ਕਿਵੇਂ ਸਾਡੇ ਉੱਤੇ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਇਸ ਸਰਕਾਰ ਦੁਆਰਾ। ਉਹ ਸਰਕਾਰ ਨੂੰ ਖੁਦ ਨੂੰ ਪਤਾ ਨਹੀਂ, ਡਿਸੀਜਨ ਲੈ ਲੈਂਦੀ ਆ, ਉਹਦਾ ਪ੍ਰਣਾਮ ਬਾਅਦ ਦੇ ਵਿੱਚ ਦੇਖਦੀ ਆ। ਸੋ ਇਹਦੀ ਲਾਗੂ ਹੋ ਗਿਆ ਠੀਕ ਹੈ, ਨਹੀਂ ਤਾਂ ਵਾਪਸ ਲੈ ਲਾਂਗੇ। ਇਹ ਤਾਂ ਬਸ਼ਰਮਾ ਵਾਲਾ ਅੱਛਾ, ਇਹ ਕਿਹੜੀ ਗੱਲ ਹੁੰਦੀ ਹੈ ਫਿਰ ਵੀ ਪਹਿਲਾਂ ਲਾਗੂ ਕਰਕੇ ਦੇਖ ਲੈਂਦੇ ਬਾਅਦ ਚੋਂ ਵਾਪਸ ਲੈ ਲੈਂਦੇ ਆ? ਇਹ ਸਰਕਾਰ ਦੀ ਨੀਤੀ, ਸਰਕਾਰ ਦੇ ਅਫਸਰ ਕਰਦੇ ਕੀ ਨੇ? ਉਹਨਾਂ ਨੂੰ ਇੰਨੀ ਹੀ ਸਮਝ ਨਹੀਂ ਹੈਗੀ ਵੀ ਪਹਿਲਾਂ ਕਰਕੇ ਦੇਖ ਲੈਂਦੇ ਆ, ਫਿਰ ਪਾਣੀ ਨਾਪ ਲਾਂਗੇ, ਸੋਸ਼ਲ ਐਕਸਪੈਰੀਮੈਂਟ ਹੋ ਜਾਊਗਾ, ਜੇ ਹੋ ਗਿਆ ਤਾਂ ਹੋ ਗਿਆ। ਨਹੀਂ, ਅਫਸਰਾਂ ਨੂੰ ਮੈਂ ਮਾੜਾ ਨਹੀਂ ਕਹਿੰਦਾ, ਅਫਸਰ ਬਿਲਕੁਲ ਸਹੀ ਨੇ। ਅਫਸਰਾਂ ਨੂੰ ਅਗਰ ਇਹਨਾਂ ਦੇ ਲੋਕਲ ਲੀਡਰ ਕੰਮ ਕਰਨ ਦੇਣ ਤਾਂ, ਜਦੋਂ ਲੋਕਲ ਲੀਡਰ ਦਾ ਪ੍ਰੈਸ਼ਰ ਹੁੰਦਾ, ਬਿਨਾਂ ਸਮੇਂ ਰਹੇ ਅਫਸਰ ਦੇ ਕੋਲੋਂ ਕਿਸੇ ਕੋਲੋਂ ਰਿਪੋਰਟ ਮੰਗਣੀ, ਕਿਸੇ ਦਫ਼ਤਰ ਦੇ ਕੋਲੋਂ ਰਿਪੋਰਟ ਮੰਗ ਲੈਂਦੇ ਨੇ 5 ਦਿਨਾਂ ਦੇ ਅੰਦਰ, 7 ਦਿਨਾਂ ਦੇ ਅੰਦਰ ਸਾਨੂੰ ਆਹ ਚੀਜ਼ ਤਿਆਰ ਕਰਕੇ ਦਿਓ। ਮਜਬੂਰਨ ਵਰਸ਼ ਉਹ ਫਿਰ ਕੁਰਸੀਆਂ ਦੇ ਉੱਪਰ ਬੈਠ ਕੇ ਕਲਰਕਾਂ ਦੇ ਕੋਲੋਂ ਜੋ ਟਾਈਪ ਹੁੰਦਾ, ਜੋ ਨਕਸ਼ਾ ਬਣਦਾ, ਉਹ ਜਿਹਾ ਅੱਗੇ ਰੀਪ੍ਰੈਜ਼ੈਂਟ ਕਰ ਦਿੰਦੇ ਨੇ ਤੇ ਉਹਦੇ ਮੁਤਾਬਕ ਹੀ ਸਾਰੇ ਆਰਡਰ ਲਾਗੂ ਹੋ ਜਾਂਦੇ। ਗਰਾਊਂਡ ਨੂੰ ਕੋਈ ਨਹੀਂ ਬਚਦਾ, ਗਰਾਊਂਡ ਤੇ ਕੋਈ ਨਹੀਂ ਜੀ। ਇੱਧਰ ਮੱਲੀ ਲੰਗਰ ਸਾਹਿਬ ਨੇ, ਕਿਸਾਨ ਆਗੂ ਹੋਣ ਦੇ ਨਾਤੇ ਕੀ ਦੇਖਦੇ ਹੋ ਕਿ ਹਰ ਪਾਲਿਸੀ ਸਰਕਾਰ ਨੂੰ ਵਾਪਸ ਹੀ ਲੈਣੀ ਪੈ ਰਹੀ ਹੈ? ਇਹ ਵੀ ਗੱਲ ਕਰ ਲਈਏ, ਇਹਦੇ ਤੇ ਵਿਰੋਧ ਹੋਈ ਜਾਂਦਾ ਹੈ, ਹੁਣ ਇਹਦੇ ਤੇ ਦੇਖਦੇ ਆ ਕੀ ਬਣਦਾ। ਪਰ ਪਾਲਿਸੀਆਂ ਕਿੱਥੇ ਬਹਿ ਕੇ ਬਣਾਉਂਦੇ ਨੇ, ਕਿਹੜਾ ਦਿਮਾਗ ਲਾ ਕੇ ਬਣਾਉਂਦੇ ਨੇ ਜਿਹੜਾ ਹਰੇਕ ਗੱਲ ਦਾ ਕਿਸਾਨ ਵਿਰੋਧ ਕਰਨ ਤੁਰੇ ਹੋਏ ਨੇ? ਨਹੀਂ, ਕਿਸਾਨ ਵਿਰੋਧ ਕਰਨ ਨਹੀਂ ਤੁਰੇ ਹੋਏ, ਸਰਕਾਰ ਦੇ ਪਾਲਿਸੀ ਮੇਕਰ ਜਿਹੜੇ ਆ ਨਾ, ਉਹੀ ਪਾਲਿਸੀ ਨੂੰ ਬਚ ਕੇ ਨਹੀਂ ਬਣਾ ਰਹੇ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਪਿਛਲੀਆਂ ਸਰਕਾਰਾਂ ਨਾ ਜਦੋਂ ਪਾਲਿਸੀ ਬਣਾਉਣੀ ਹੁੰਦੀ ਸੀ ਕੋਈ ਵੀ, ਉਹਦਾ 1 ਸਾਲ ਪਹਿਲੇ ਸਰਵਾ ਕਰਾਉਣੀ ਸੀ, ਸਰਵਾ ਕਰਾ ਕੇ ਉਹ ਤੋਂ ਬਾਅਦ ਲੋਕਾਂ ਦੀ ਕਚਹਿਰੀ 'ਚ ਉਹਨੂੰ ਲਿਜਾ ਕੇ ਉਹਦਾ ਬਹੁਮਤ ਸਾਬਤ ਕਰਾਉਣੀ ਸੀ। ਜੇਕਰ ਉਹਦਾ ਬਹੁਮਤ 80% ਤੋਂ ਉੱਪਰ ਹੁੰਦਾ ਸੀ ਤੇ ਉਸ ਪਾਲਿਸੀ ਨੂੰ ਲਾਗੂ ਕਰਦੇ ਸੀ। ਜੇ ਉਹਦਾ ਮਤਲਬ ਲੋਕਾਂ ਦੀ ਰਾਏ ਜਿਹੜੀ ਸੀ ਉਹ 18-20% ਹੁੰਦੀ ਸੀ ਤਾਂ ਉਹ ਕਹਿੰਦੇ ਸੀ ਕਿ ਇਹਦੇ ਨਾਲ ਅਸੀਂ ਲੋਕਾਂ ਦਾ ਵਿਰੋਧ ਨਹੀਂ ਚੱਲਣਾ। ਪਰ ਇਹ ਸਰਕਾਰ ਜਿਹੜੀ ਆਈ ਆ, ਇਹ ਸਰਕਾਰ ਇਹ ਪੰਜਾਬ ਤੋਂ ਨਹੀਂ ਚੱਲ ਰਹੀ, ਇਹ ਸਰਕਾਰ ਚੱਲ ਰਹੀ ਦਿੱਲੀ ਤੋਂ। ਦਿੱਲੀ ਦਾ ਤੇ ਪੰਜਾਬ ਦਾ ਜ਼ਮੀਨ ਅਸਮਾਨ ਦਾ ਫਰਕ ਆ। ਇਹ ਪਹਿਲਾਂ ਪਾਲਿਸੀ ਬਣਾਉਂਦੇ ਆ, ਪਾਲਿਸੀ ਬਣ ਕੇ ਦਿੱਲੀ ਤੋਂ ਆਉਂਦੀ ਆ, ਉਹਨੂੰ ਆਉਂਦੀ ਨੂੰ ਦਬਾ ਸਿੱਟ ਉਹਦਾ ਨੋਟੀਫਿਕੇਸ਼ਨ ਕਰ ਦਿੰਦੇ ਆ। ਜਦੋਂ ਪਿੰਡਾਂ 'ਚ ਵਿਰੋਧ ਸ਼ੁਰੂ ਹੋ ਜਾਂਦਾ ਫਿਰ ਉਹਦਾ ਸਰਵਾ ਕਰਨ ਲੱਗ ਪੈਂਦੀ। ਸਿਰਫ ਇਸੇ ਗੱਲ ਦਾ ਜਿਹੜਾ ਭਰਮ ਭੁਲੇਖਾ ਪਿਆ ਹੋਇਆ, ਇਸੇ ਗੱਲ ਨੂੰ ਜਿੰਨੇ ਪਿਛਲੇ ਅੱਜ ਤੱਕ ਇਹਨਾਂ ਨੇ ਜਿੰਨੇ ਵੀ ਪ੍ਰੋਗਰਾਮ ਲਏ ਆ, ਚਾਹੇ ਉਹ ਹੜ੍ਹਾਂ ਦੀ ਮਾਰ ਲਈ ਇਹਨਾਂ ਨੇ ਕਹਿ ਦਿੱਤਾ ਕਿ ਅਸੀਂ ਮੁਰਗੀ ਦਾ, ਅਸੀਂ ਬੱਕਰੀਆਂ ਦਾ ਮੁਆਵਜ਼ਾ ਦੇਵਾਂਗੇ, ਉਹ ਤੋਂ ਯੂ ਟਰਨ ਹੋ ਗਏ। ਫਿਰ ਆ ਇਹਨਾਂ ਨੇ ਸਭ ਤੋਂ ਵੱਡੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਲਿਆਂਦੀ। ਲੈਂਡ ਪੂਲਿੰਗ ਪਾਲਿਸੀ ਨਹੀਂ ਸੀ, ਤਾਂ ਲੁੱਟ ਪੂਲਿੰਗ ਪਾਲਿਸੀ ਸੀ। ਮੈਂ ਕਹੂੰਗਾ ਲੁੱਟਣਾ ਸੀ ਸਿੱਧਾ। ਦੇਖੋ, ਤੁਹਾਡੀ ਪ੍ਰਾਪਰਟੀ ਆ, ਤੁਹਾਤੋਂ ਪ੍ਰਾਪਰਟੀ ਧੱਕੇ ਨਾਲ ਖੋਲਣੀ, ਤੁਹਾਤੋਂ ਖੋ ਕੇ ਵੀ ਤੁਹਾਡੇ ਤੋਂ ਪੈਸੇ ਲੈਣੇ, ਗੱਲ ਨਹੀਂ ਨਾ ਬਣਦੀ। ਉਹਦੀ ਡਿਵੈਲਪਮੈਂਟ ਫੰਡ ਦੇ ਤੌਰ ਤੇ, ਹੈ ਨਾ। ਜਿੱਦਾਂ ਹੁਣ ਲਾ ਲਓ ਕਿ 1 ਏਕੜ ਜਗ੍ਹਾ ਸੀ ਤੁਹਾਡੇ ਕੋਲ, ਮੰਨ ਲਓ ਤੁਹਾਨੂੰ ਉਹਦੇ ਚੋਂ 1200 ਗਜ ਇੱਕ ਦੇਣੀ ਆ ਤੇ ਪੌਣੇ 2 ਕਨਾਲ ਜਗ੍ਹਾ ਦੇਣੀ ਆ, ਤੇ ਪੌਣੇ 2 ਕਨਾਲ ਜਗ੍ਹਾ ਦਾ ਤੁਹਾਤੋਂ 22 ਲੱਖ ਰੁਪਈਆ ਵੀ ਲੈਣਾ।
ਡਿਵੈਲਪਮੈਂਟ ਫੰਡ ਵੀ ਲੈਣਾ। ਤਾਂ ਜੇ ਕਿਸੇ ਦੇ 9 ਏਕੜ ਸੀ ਤੇ ਉਹਨੂੰ 3 ਏਕੜ ਜੇ ਉਹਨੂੰ ਡਿਵੈਲਪ ਕਰਕੇ ਦੇਣੇ ਆ ਤਾਂ ਉਹ ਤੋਂ 6 ਕਰੋੜ ਰੁਪਈਆ ਲੈਣਾ, 2 ਕਰੋੜ ਰੁਪਈਆ ਪਰ ਏਕੜ ਦਾ। ਦੇਖੋ ਇਹੋ ਜਿਹੀਆਂ ਪਾਲਿਸੀਆਂ ਜਿਹੜੀਆਂ ਪੰਜਾਬ ਦੇ ਵਿੱਚ ਨਾ ਚੱਲੀਆਂ ਨਾ ਚੱਲਣੀਆਂ, ਇਸੇ ਅਧੀਨ ਇਹਨਾਂ ਨੇ ਇਹ ਪਾਲਿਸੀ ਹੈ, ਉਹ ਇਹਨਾਂ ਦੇ ਗਲ ਦੇ ਵਿੱਚੋਂ ਸੱਪ ਨਿਕਲਿਆ ਨਹੀਂ। ਅਜੇ ਕੱਲ ਪ੍ਰੈਸ ਕਾਨਫਰੰਸਾਂ ਹੁੰਦੀਆਂ ਹੋਈਆਂ ਕਿ ਅਸੀਂ ਅੰਦੋਲਨ ਸਾਰੀਆਂ ਜਥੇਬੰਦੀਆਂ ਦਾ ਉਸੇ ਤਰ੍ਹਾਂ ਹੀ ਚਾਲੂ ਹੈ, ਸਾਡੇ ਐਸਕੇਐਮ ਨੇ ਵੀ ਉਸੇ ਤਰ੍ਹਾਂ ਚਾਲੂ ਰੱਖਿਆ। ਤੇ ਇਹਨਾਂ ਨੇ ਆ ਜਿਹੜਾ 8 ਤਰੀਕ ਨੂੰ ਨਵਾਂ ਸੱਪ ਕੱਢ ਕੇ ਪਿੰਡਾਂ ਦੇ ਵਿੱਚ ਭੇਜ ਦਿੱਤਾ, ਔਰ ਸਾਡੇ ਇੱਥੋਂ ਹਲਕਾ ਇੰਚਾਰਜ ਕਹਿ ਰਹੇ ਆ ਕਿ ਇਹ ਸਾਰਾ ਕੁਝ ਝੂਠ ਬੋਲ ਰਹੇ। ਦੇਖੋ ਵੀਡੀਓ ਬਲਾਕਾਂ ਦੇ ਬਾਹਰ ਲਿਸਟਾਂ ਲੱਗ ਗਈਆਂ, ਫਿਰ ਸਰਕਾਰ ਝੂਠ ਬੋਲ ਰਹੀ ਹੈ, ਇੰਚਾਰਜ ਸਾਹਿਬ ਸੱਚੇ ਨੇ। ਉਹੀ ਤਾਂ ਗੱਲ ਹੈ ਕਿ ਉਹ ਦੇਖੋ ਡੀਸੀ ਸਾਹਿਬ ਦੇ ਨਾਲ ਜਾ ਕੇ ਬੈਠ ਕੇ ਮੀਟਿੰਗ ਕਰਕੇ ਕਹਿ ਰਹੇ ਆ ਕਿ ਜੋ ਜਥੇਬੰਦੀਆਂ ਜਾਂ ਇਹ ਗੱਲਾਂ ਹੋ ਰਹੀਆਂ ਇਹ ਸਾਰੀਆਂ ਗਲਤ ਆ, ਜਦ ਕਿ ਸਾਡੇ ਕੋਲ ਨੋਟੀਫਿਕੇਸ਼ਨ ਦੀ 252 ਪੇਜ ਦੀ ਕਾਪੀ ਸਾਡੇ ਕੋਲ ਆ, ਔਰ ਅਸੀਂ ਉਹ ਇਕੱਲੇ ਨੂੰ ਦਿਖਾ ਰਹੇ ਹਾਂ। ਅੱਜ ਇਹ ਅੱਗ ਜਿਹੜੀ ਅੱਜ ਭੋਗਪੁਰ ਤੋਂ ਸ਼ੁਰੂ ਹੋਈ ਆ, 1-2 ਦਿਨਾਂ ਦੇ ਵਿੱਚ ਇਹ ਪਤਾਰੇ ਦੇ ਵਿੱਚ ਹੋਣੀ ਆ, ਔਰ ਸ਼ਾਇਦ ਕੱਲ ਨੂੰ ਇਹ ਬੰਗਿਆਂ, ਨਵਾਂ ਸ਼ਹਿਰ ਔਰ ਉਹਨਾਂ ਪਿੰਡਾਂ ਦੇ ਵਿੱਚ ਵੀ, ਕਿਉਂਕਿ ਅੱਜ ਨੋਟੀਫਿਕੇਸ਼ਨ ਦੀਆਂ ਕਾਪੀਆਂ ਉਹਨਾਂ ਨੇ ਮੇਰੇ ਤੋਂ ਮੰਗਵਾਈਆਂ, ਔਰ ਮਾਨਸਾ ਸਾਹਿਬ ਨੇ ਵੀ ਮੇਰੇ ਤੋਂ ਮੰਗਵਾਈਆਂ, ਔਰ ਮਾਨਸਾ ਦੇ ਵਿੱਚ ਵੀ ਇਹ ਅੱਗ ਲੱਗੂਗੀ। ਸਾਰੇ ਪੰਜਾਬ ਦੇ ਵਿੱਚ 1 ਹਫ਼ਤੇ ਤੋਂ 10 ਦਿਨ ਤੋਂ ਬਾਅਦ ਇਹਨਾਂ ਨੂੰ ਇਸ ਜਿਹੜੇ ਨੋਟੀਫਿਕੇਸ਼ਨ ਕੀਤਾ ਹੈ ਲੈਂਡ ਪੂਲਿੰਗ ਨਾਲੋਂ ਵੀ ਵੱਧ ਇਹਦਾ ਜਿਹੜਾ ਆ ਵਿਰੋਧ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲੇਗਾ, ਕਿਉਂਕਿ ਇਹਨਾਂ ਨੇ ਸਿਰਫ ਗੱਲ ਇਹ ਕੀਤੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਲੈਕਸ਼ਨਾਂ ਆ ਜੀ, ਨਾ ਇਹਨਾਂ ਤੋਂ 1 ਰੁਪਈਆ ਦੇ ਹੋਇਆ, ਨਾ ਕੋਈ ਡਿਵੈਲਪਮੈਂਟ ਕਰ ਹੋਈ। ਜਿਹੜੀ ਡਿਵੈਲਪਮੈਂਟ ਹੋਈ ਆ ਥੋੜੀ ਬਹੁਤੀ ਉਹ 14ਵੇਂ ਵਿੱਤ 15ਵੇਂ ਵਿੱਤ ਤੋਂ ਹੋਈ ਆ। ਇਹਨਾਂ ਨੇ ਲੋਕਾਂ ਨੂੰ ਸਿਰਫ ਭੰਬਲ ਭੂਸੇ ਦੇ ਵਿੱਚ ਪਾ ਕੇ ਇਹ ਆਪਣੀਆਂ ਕਮੇਟੀਆਂ ਬਣਾਉਣੀਆਂ ਚਾਹੁੰਦੇ ਆ ਵੀ ਕਿਸੇ ਤਰ੍ਹਾਂ ਵੀ ਸਹੀ ਅਸੀਂ ਜਿਹੜੀਆਂ ਬਲਾਕ ਸੰਮਤੀ ਦੀਆਂ ਕਮੇਟੀਆਂ ਕਰ ਲਈਏ। ਪਰ ਲੋਕ ਇੱਥੇ ਪੰਜਾਬ ਦੇ ਬੜੇ ਸਿਆਣੇ ਆ, ਲੋਕ ਪੰਜਾਬ ਦੇ ਇਹਨਾਂ ਨੂੰ ਪਿੰਡਾਂ 'ਚ ਤੱਕ ਨਹੀਂ ਵੜਨ ਦੇਣਗੇ, ਔਰ ਉਹ ਬਿਲਕੁਲ ਵੀ ਜਿਹੜੀ ਆ ਇਹਨਾਂ ਦਾ ਜਿਹੜਾ ਮਨਸੂਬਾ ਆ ਉਹਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। ਲੋਕ ਹਰ ਕੋਈ ਪਿਛਲੀਆਂ ਸਰਕਾਰਾਂ ਸਹੂਲਤ ਹਰ ਲਾਗੇ ਘਰ ਕਰਦੀਆਂ ਸੀ, ਪਰ ਇਹ ਜ਼ਿੰਦਗੀ ਦੇ ਵਿੱਚ ਮੈਂ ਪਹਿਲੀ ਸਰਕਾਰ ਦੇਖੀ ਆ ਜਿਹਨੇ 1-2 ਕਿਲੋਮੀਟਰ ਤੋਂ ਬਲਾਕ ਵਾਲੇ ਪਿੰਡਾਂ ਨੂੰ ਚੱਕ ਕੇ 35-35 ਕਿਲੋਮੀਟਰ ਤੇ ਯਾਰ ਜੋੜ ਦਿੱਤਾ। ਦੇਖੋ ਪਹਿਲੀ ਤਾਂ ਗੱਲ ਇਹ ਆ ਕਿ 50% ਸਰਪੰਚ ਸਾਡੇ ਭਰਾ ਐਸਸੀ ਆ, ਰਿਜ਼ਰਵ ਸੀ, 20% ਸਾਡੀਆਂ ਭੈਣਾਂ ਸਰਪੰਚ ਆ। ਦੇਖੋ ਉਹਨਾਂ ਨੇ ਆਪਣਾ ਕੰਮ ਵੀ ਕਰਦਾ ਦੇਖਣਾ, ਬੱਚੇ ਵੀ ਪਾਲਣੇ, ਰੋਟੀ ਵੀ ਖਵਾਉਣੀ ਆ, ਉਹ 35 ਕਿਲੋਮੀਟਰ ਤੇ ਯਾਰ ਜਾ ਕੇ ਆਪਣਾ ਕੰਮ ਕਰਾਉਣੀ ਹੈ। ਨਾਲੇ ਉੱਥੇ ਫਿਰ ਕਾਗਜ਼ ਪੱਤਰ ਦੀ ਕੋਈ ਵੀ ਥੋਟ ਆ ਜਾਵੇ ਉਹ ਫਿਰ 35 ਕਿਲੋਮੀਟਰ ਪਿੱਛੇ ਭੱਜ ਜਾਂਦੇ। ਫਿਰ ਦੂਜੀ ਗੱਲ ਕਿ ਇੱਕ ਬਲਾਕ ਦੇ ਉੱਤੇ 2.5 ਬਲਾਕਾਂ ਦਾ ਭਾਰ ਪਾ ਦਿੱਤਾ, ਸਿਰਫ 4 ਸੈਕਟਰੀ ਆਦਮਪੁਰ ਬਲਾਕ ਦੇ ਵਿੱਚ, ਔਰ ਪਾਰਕਿੰਗ ਵਾਸਤੇ ਬਿਲਕੁਲ ਜਗ੍ਹਾ ਹੈ ਨਹੀਂ, ਹਾਈਵੇ ਬੰਦ ਹੋਵੇਗਾ ਉੱਥੇ, ਔਰ ਹਾਲਾਤ ਇਹੋ ਜਿਹੇ ਹੋਣਗੇ ਕਿ ਸਰਪੰਚ ਘੁੰਮ ਕਹਿ ਜਾ ਕਰਨਗੇ ਕਿਸੇ ਦਾ ਕੰਮ ਨਹੀਂ ਹੋਣਾ। ਇਹਨਾਂ ਨੇ ਆਪਣੇ ਵੱਲੋਂ ਸੱਚੇ ਹੋ ਜਾਣਾ ਕਿ ਅਸੀਂ ਤਾਂ ਪੈਸੇ ਭੇਜੇ ਸੀ, ਤੁਸੀਂ ਕੰਮ ਨਹੀਂ ਕਰਾਇਆ। ਠੀਕ ਹੈ ਨਾ, ਇਹੋ ਜਿਹੀਆਂ ਇਹ ਨੀਤੀਆਂ ਕਰਕੇ ਲੋਕਾਂ ਨੂੰ ਬੇਵਕੂਫ ਬਣਾਉਣੇ ਚਾਹੁੰਦੇ ਆ। ਪੰਜਾਬ ਦੇ ਲੋਕ ਬੇਵਕੂਫ ਨਹੀਂ ਬਣਨਗੇ। ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਇਹ ਨਾ ਹੋਵੇ ਕਿ ਇਹ ਪਾਲਿਸੀ ਵਾਪਸ ਲੈਣ ਨੂੰ ਲੇਟ ਹੋ ਜਾਣ। ਹਰ ਪਿੰਡ ਦੇ ਵਿੱਚ ਇਹਨਾਂ ਦੀ ਨੋ ਐਂਟਰੀ ਦੇ ਬੋਰਡ ਲੱਗੇ ਮਿਲਣ। ਧੰਨਵਾਦ। ਸੋ ਇਹ ਤੁਸੀਂ ਸਾਰੀ ਸਥਿਤੀ ਸਮਝ ਚੁੱਕੇ ਹੋਵੋਗੇ ਕਿ ਕਿਸ ਤਰੀਕੇ ਨਾਲ ਬਲਾਕਾਂ ਨੂੰ ਰੀਸ਼ਫਲ ਕਰਕੇ ਤੋੜ ਕੇ ਹੋਰ ਕਨਸਟੀਚੁਐਂਸੀਆਂ ਨੂੰ ਦੇ ਕੇ ਇੱਕ ਚਾਲ ਖੇਡੀ ਜਾ ਰਹੀ ਹੈ। ਇਸ ਦੇ ਖਿਲਾਫ ਕਿਸਾਨ ਇਕੱਤਰ ਹੋਏ ਸੀ। ਤੁਸੀਂ ਕੀ ਸੋਚਦੇ ਹੋ? ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ ਟੀਵੀ USA ਦੇ ਨਾਲ। ਧੰਨਵਾਦ।